ਸਤਿ ਸ਼੍ਰੀ ਅਕਾਲ। ਤੇਜ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਆਪਾਂ ਆਏ ਹੋਏ ਹਾਂ ਅੰਮ੍ਰਿਤਸਰ ਵਿਖੇ ਬਿਮਲ ਮਹਿਰਾ ਜੀ ਕੋਲ, ਜੋ ਕਿ ਬਹੁਤ ਹੀ ਮੰਨੇ ਹੋਏ ਐਸਟ੍ਰੋਲੋਜਰ ਹੈਗੇ ਤੇ ਜਿਨ੍ਹਾਂ ਨੇ ਬਹੁਤ ਹੀ ਉੱਚੀ ਪਦਵੀਆਂ ਵੀ ਹਾਸਲ ਕੀਤੀਆਂ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ। ਸਰ, ਪਹਿਲੇ ਤਾਂ ਮੈਂ ਦੇਖ ਸਕਦੀ ਹਾਂ ਕਿ ਤੁਹਾਨੂੰ ਬਹੁਤ ਜ਼ਿਆਦਾ ਅਵਾਰਡ ਮਿਲੇ ਹੋਏ ਹੈ ਇਸ ਚੀਜ਼ 'ਤੇ ਐਂਡ ਤੁਸੀਂ ਕਾਫੀ ਮੰਨੇ ਹੋਏ ਐਸਟ੍ਰੋਲੋਜਰ ਹੈਗੇ ਹੋ ਅੰਮ੍ਰਿਤਸਰ ਦੇ। ਤੇ ਮੈਨੂੰ ਦੱਸੋ ਕਿ ਇਸ ਚੀਜ਼ 'ਚ ਪਰਟੀਕੂਲਰ ਸਟੱਡੀ ਹੁੰਦੀ ਹੈ ਕੋਈ ਐਸਟ੍ਰੋਲੋਜਰ ਦੀ? ਬਿਲਕੁਲ ਜੀ, ਇਹਦੀ ਪਰਟੀਕੂਲਰ ਸਟੱਡੀ ਹੁੰਦੀ ਹੈ ਔਰ ਆਮ ਤੌਰ 'ਤੇ ਅਸੀਂ ਇਹਨਾਂ ਨੂੰ ਲੋਕ ਜਿਹੜੇ ਪੜ੍ਹਾਉਂਦੇ ਆ ਜਾਂ ਕਰਦੇ ਆ ਉਹ ਸਿੱਧਾ ਹੀ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ, ਕੋਈ ਉਹਦੀ ਪਰਟੀਕੂਲਰ ਸਟੱਡੀ ਨਹੀਂ ਕਰਾਉਂਦੇ। ਲੇਕਿਨ ਜਿਹੜੇ ਬੱਚੇ ਮੇਰੇ ਕੋਲ ਪੜ੍ਹਨ ਆਉਂਦੇ ਆ ਉਹਨਾਂ ਨੂੰ ਇੱਕ ਥੋਰੋਲੀ ਇੱਕ ਸਿਲੇਬਸ ਦੇ ਉੱਪਰ ਆਧਾਰ ਦੇ ਉੱਪਰ ਕੰਮ ਕਰਾਇਆ ਜਾਂਦਾ ਹੈ। ਜਨਮ ਪੱਤਰੀ ਕੀ ਹੈ, ਪਲੈਨਟਸ ਕੀ ਹੈ, ਘਰ ਕੀ ਹੈ, ਉਹ ਸਾਰਾ ਉਹਨਾਂ ਨੂੰ ਨਕਸ਼ਤਰ ਵਾਈਜ਼ ਸਮਝਾ ਕੇ ਫਿਰ ਅਸੀਂ ਉਹਨਾਂ ਨੂੰ ਅੱਗੇ ਚਲਾਉਂਦੇ ਹਾਂ। ਔਰ ਇਹਦੀ ਪੂਰੀ ਇੱਕ ਸਟੱਡੀ ਹੈਗੀ ਹੈ ਔਰ ਬੜੀ ਫੁੱਲ ਸਟੱਡੀ ਹੈਗੀ ਹੈ। ਜਿਸ ਤਰ੍ਹਾਂ ਅਸੀਂ ਪਹਿਲੇ ਜਿਹੜੇ ਕੋਈ ਬੱਚਾ ਸਾਡੇ ਕੋਲ ਆਉਂਦਾ ਹੈ, ਅਸੀਂ ਉਹਨੂੰ ਜਨਮ ਪੱਤਰੀ ਬਣਾਉਣੀ ਸਿਖਾਉਂਦੇ ਹਾਂ। ਜਨਮ ਪੱਤਰੀ ਬਣਾ ਕੇ ਫਿਰ ਜਨਮ ਪੱਤਰੀ ਦੇ ਜਿਹੜੇ ਹਾਊਸਿਸ ਹੈਗੇ ਆ, ਉਹਦੇ ਪਲੈਨਟਸ ਹੈਗੇ ਆ, ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ। ਉਹਦੇ ਬਾਅਦ ਫਿਰ ਜਿਹੜੇ ਉਹਨਾਂ ਦੇ ਯੋਗ ਬਣਦੇ ਆ ਉਹ ਦੱਸਿਆ ਜਾਂਦਾ। ਉਹਦੇ ਬਾਅਦ ਫਿਰ ਇਹਦੀ ਹੋਰ ਵਾਸਟ ਸਟੱਡੀ ਕਰਨ ਵਾਸਤੇ ਅਸੀਂ ਬੱਚਿਆਂ ਨੂੰ ਉਹਦਾ ਗੋਚਰ ਲਗਾਉਣਾ, ਟ੍ਰਾਂਜ਼ਿਟ ਲਗਾਉਣਾ ਸਿਖਾਉਂਦੇ ਹਾਂ। ਉਹ ਟ੍ਰਾਂਜ਼ਿਟ ਲਗਾਉਣਾ ਤਾਂ ਸਾਰੇ ਲਗਾ ਲੈਂਦੇ ਆ, ਲੇਕਿਨ ਟ੍ਰਾਂਜ਼ਿਟ ਕਿੱਥੇ ਵਰਕ ਕਰਦਾ, ਕਿੱਥੇ ਉਹ ਵਰਕ ਨਹੀਂ ਕਰਦਾ, ਉਹ ਟੈਕਨੀਕ ਉਹਨਾਂ ਬੱਚਿਆਂ ਨੂੰ ਸਮਝਾਈ ਜਾਂਦੀ ਹੈ। ਫਿਰ ਉਹਦੇ ਬਾਅਦ ਉਸ ਨੂੰ ਅਸ਼ਟਕ ਵਰਗ ਦੇ ਨਾਲ ਜੋੜ ਕੇ ਫਿਰ ਸਿਖਾਇਆ ਜਾਂਦਾ ਹੈ। ਔਰ ਇਸ ਤਰ੍ਹਾਂ ਹੀ ਕਾਫੀ ਸਾਡੇ ਕੋਲ ਮੈਥਡਸ ਹੈਗੇ ਆ। ਦਸ਼ਾ ਕਿਸ ਤਰ੍ਹਾਂ ਹੀ ਚੈੱਕ ਕਰਨੀ ਹੈ, ਕਿਸੇ ਦੀ ਦਸ਼ਾ ਐਨਾਲਾਈਜ਼ ਕਿਸ ਤਰ੍ਹਾਂ ਕਰਨੀ ਹੈ, ਟ੍ਰਾਂਜ਼ਿਟ ਵੈਲਿਊ ਕੀ ਹੈ, ਫਿਰ ਛੱਡ ਬਲ ਕੀ ਹੈ, ਛੱਡ ਬਲ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਜੈਮਨੀ ਸਿਸਟਮ ਕੀ ਹੈ। ਜੈਮਨੀ ਸਿਸਟਮ ਇੰਟਾਇਰਲੀ ਇੱਕ ਡਿਫਰੈਂਟ ਸਿਸਟਮ ਹੈਗਾ ਐਸਟ੍ਰੋਲੋਜੀ ਤੋਂ। ਬਣਦਾ ਉਹ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸਾਡੀ ਆਪਣੀ ਹੋਰੋਸਕੋਪ ਹੈ, ਲੇਕਿਨ ਹੋਰੋਸਕੋਪ ਨੂੰ ਐਨਾਲਾਈਜ਼ ਕਰਨ ਦਾ ਇੱਕ ਡਿਫਰੈਂਟ ਤਰੀਕਾ ਹੈਗਾ। ਇਹ ਇੱਕ ਡਿਫਰੈਂਟ ਚੀਜ਼ਾਂ ਬੱਚਿਆਂ ਨੂੰ ਸਿਖਾ ਕੇ ਖੁਦ ਪੜ੍ਹ ਕੇ ਫਿਰ ਅਸੀਂ ਇਸ ਕੰਮ ਵੱਲ ਜਾਈਦਾ। ਅਦਰਵਾਈਜ਼ ਇਹਨੂੰ ਉੱਪਰੋਂ ਪੜ੍ਹਨਾ ਤਾਂ ਇੱਕ ਬੇਕਾਰ ਹੈ। ਉਹ ਜੇ ਉੱਪਰੋਂ ਅਸੀਂ ਇਹਨੂੰ ਪੜ੍ਹਦੇ ਹਾਂ, ਇਹਨੂੰ ਡੀਪ ਥੋਰੋ ਨੌਲੇਜ ਲੈ ਕੇ ਨਹੀਂ ਪੜ੍ਹਦੇ ਕਿਸੇ ਗੁਰੂ ਕੋਲੋਂ, ਤੇ ਫਿਰ ਸਾਡਾ ਬੇਕਾਰ ਹੈਗਾ। ਅਸੀਂ ਜਨਤਾ ਨੂੰ ਵੀ ਬੇਵਕੂਫ ਬਣਾ ਰਹੇ ਹਾਂ, ਖੁਦ ਵੀ ਬੇਵਕੂਫ ਬਣਦੇ ਪਏ ਹਾਂ। ਔਰ ਇਸ ਜਿਹੜਾ ਡਿਵਾਈਨ ਸਬਜੈਕਟ ਹੈ ਇਹਦਾ ਵੀ ਅਸੀਂ ਇਹਨੂੰ ਵੀ ਠੀਕ ਨਹੀਂ ਕਰ ਰਹੇ। ਇਹਦੇ ਨਾਲ ਅਸੀਂ ਆਪਣਾ ਕੋਈ ਚੰਗਾ ਨਹੀਂ ਕਰਕੇ ਦਿਖਾ ਰਹੇ ਕਿ ਇੰਨੇ ਵਧੀਆ ਸਬਜੈਕਟ 'ਤੇ ਅਸੀਂ ਇੱਕ ਬੁਰੇ ਉਪਾਏ ਕਰਾ ਕੇ, ਗਲਤ ਉਪਾਏ ਕਰਾ ਕੇ ਸਿਸਟਮ ਦੇ ਨਾਲ ਗੱਲ ਨਹੀਂ ਬਣਦੀ। ਸਰ, ਤੁਹਾਡਾ ਕਦੋਂ ਇੰਟਰਸਟ ਆਇਆ ਇਹ ਲਾਈਨ 'ਚ? ਮੇਰਾ ਇੰਟਰਸਟ ਇੱਥੇ ਦੇਖੋ, ਮੈਨੂੰ ਇਹ ਯਾਦ ਵੀ ਨਹੀਂ ਹੈ ਕਿ ਮੈਨੂੰ ਐਸਟ੍ਰੋਲੋਜੀ ਕਦੋਂ ਆਉਣੀ ਸ਼ੁਰੂ ਹੋ ਗਈ। ਮੈਨੂੰ ਬਚਪਨ ਤੋਂ ਹੀ ਇਹਦਾ ਇੱਕ ਸ਼ੌਕ ਸੀ ਔਰ ਬਚਪਨ ਤੋਂ ਹੀ ਮੈਂ ਬੁੱਕਸ ਲੈ ਕੇ, ਮੈਗਜ਼ੀਨਸ ਲੈ ਕੇ ਇਹਨੂੰ ਆਹਿਸਤਾ ਪੜ੍ਹਨਾ ਸ਼ੁਰੂ ਕੀਤਾ। ਵੈਸੇ ਮੇਰੇ ਫਾਦਰ ਬਹੁਤ ਅੱਛੇ ਐਸਟ੍ਰੋਲੋਜਰ ਹੈਗੇ ਆ ਔਰ ਉਹਨਾਂ ਕੋਲੋਂ ਵੀ ਮੈਂ ਥੋੜ੍ਹੀ ਗਾਈਡੈਂਸ ਲਈ ਆਪਣੀ। ਲੇਕਿਨ ਮੈਨੂੰ ਆਪਣਾ ਇਹ ਲੱਗਦਾ ਕਿ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਮੈਨੂੰ ਪੜ੍ਹਾਇਆ ਕਿੰਨੇ ਹੈ ਅਤੇ ਮੈਂ ਸਿੱਖਿਆ ਕਿਹਦੇ ਕੋਲੋਂ ਹੈ। ਲੇਕਿਨ ਜਿਹੜੀ ਇਹਨਾਂ ਦੀ ਐਡਵਾਂਸ ਟੈਕਨੀਕਸ ਹੈਗੀਆਂ ਉਹ ਮੈਂ ਜ਼ਰੂਰ ਆਪਣੇ ਗੁਰੂਆਂ ਕੋਲੋਂ, ਆਪਣੇ ਫਾਦਰ ਕੋਲੋਂ ਸਿੱਖੀ ਹੈ। ਸਰ, ਜੇ ਆਪਾਂ ਵੱਖਰੇ ਸੈਗਮੈਂਟ 'ਤੇ ਗੱਲ ਕਰੀਏ ਤਾਂ ਪਹਿਲਾ ਸੈਗਮੈਂਟ 'ਚ ਮੈਂ ਚੁੱਕਣਾ ਚਾਹੂੰਗੀ ਕਿ ਕਈ ਲੇਡੀਜ਼ ਦੇ ਘਰ ਬੱਚਾ ਨਹੀਂ ਹੋ ਪਾਉਂਦਾ, ਮਤਲਬ ਬਹੁਤ ਜ਼ਿਆਦਾ ਟਰੀਟਮੈਂਟ ਕਰਵਾਉਂਦੇ ਤਾਂ ਵੀ ਉਹ ਅਨਸਕਸੈਸਫੁਲ ਹੋ ਜਾਂਦਾ ਹੈ, ਅਤੇ ਇਹਦਾ ਕੀ ਮੇਨ ਰੀਜ਼ਨ ਹੈ? ਇਹਦਾ ਮੇਨ ਰੀਜ਼ਨ ਹੈ ਕਿ ਜੋਤਸ਼ੀ ਹੈ, ਜਦੋਂ ਅਸੀਂ ਰੀਜ਼ਨ ਦੇਖਦੇ ਹਾਂ ਕਿ ਉਹਦੇ ਪੰਜਵਾਂ ਘਰ ਅਫਲਿਕਸ਼ਨ 'ਚ ਆਇਆ ਹੁੰਦਾ, ਪੰਜਵਾਂ ਘਰ ਖਰਾਬ ਹੋਇਆ ਹੁੰਦਾ। ਪੰਜਵਾਂ ਘਰ ਹੁੰਦਾ ਬੱਚੇ ਦਾ ਘਰ। ਜਿੱਥੋਂ ਅਸੀਂ ਕਿਸੇ ਕੁੰਡਲੀ ਦੇ ਵਿੱਚੋਂ ਪੰਜਵੇਂ ਬੱਚਾ ਦੇਖਣਾ ਕਿਸੇ ਦਾ, ਅਤੇ ਅਸੀਂ ਉਹਦੇ ਪੰਜਵੇਂ ਘਰ ਨੂੰ ਐਨਾਲਾਈਜ਼ ਕਰੀਦਾ। ਚੰਦਰਮਾ ਤੋਂ ਪੰਜਵਾਂ ਘਰ ਦੇਖੋ, ਪੰਜਵੇਂ ਤੋਂ ਪੰਜਵਾਂ ਦੇਖੋ, ਸੂਰਜ ਤੋਂ ਪੰਜਵਾਂ ਦੇਖੋ, ਦਸ਼ਾ ਲੌਰਡ ਤੋਂ ਪੰਜਵਾਂ ਦੇਖੋ। ਐਂਡ ਵੀ ਆਰ ਪਾਸਿੰਗ ਥਰੂ ਦਾ ਏਜ ਆਫ ਕਲਯੁਗ ਐਂਡ ਦ ਕਾਰਮਿਕ ਪਲੈਨਟ ਇਜ਼ ਇਨ ਕਲਯੁਗ ਇਜ਼ ਰਾਹੂ। ਉਹ ਤਾਂ ਰਾਹੂ ਦੀ ਕੁੰਡਲੀ ਬਣਾ ਕੇ ਜੱਜ ਕਰੀਦਾ। ਵੱਖਰੇ ਆਸਪੈਕਟਸ ਦੇਖ ਕੇ ਫਿਰ ਅਸੀਂ ਇਹ ਡਿਟਰਮਿਨ ਕਰ ਲੈਂਦੇ ਹਾਂ ਕਿ ਇਹਦੇ ਘਰ ਬੱਚਾ ਹੋਣਾ ਜਾਂ ਨਹੀਂ ਹੋਣਾ। ਜੇ ਨਹੀਂ ਹੋਣਾ ਤਾਂ ਫਿਰ ਨਹੀਂ ਹੋਣਾ, ਜੇ ਹੋਣਾ ਤਾਂ ਫਿਰ ਦੇਖੀਦਾ ਕਿ ਅਗਰ ਹੋ ਸਕਦਾ ਕੋਈ ਉਪਾਏ ਕਰਾ ਕੇ ਬੱਚੇ ਇਹਨਾਂ ਦੇ ਹੋ ਜਾਣ। ਫਿਰ ਕਦੀ ਸਾਡੇ ਕੋਲ ਬੜੇ ਅੱਛੇ ਰਿਜ਼ਲਟਸ ਬੜੇ ਵਧੀਆ ਆ ਜਾਂਦੇ ਆ। ਕਈਆਂ ਨੂੰ ਅਸੀਂ ਕਹੀਦਾ ਵੀ ਗੋ ਫੋਰ IVF ਚੱਲ ਜਾਓ, ਤੁਹਾਡੇ ਬੱਚੇ ਹੋ ਜਾਣਗੇ। ਕਈ ਲੋਕ ਜਿਹੜੇ ਹੈਗੇ ਆ
ਉਹ ਅੰਮ੍ਰਿਤਸਰ 'ਚ IVF ਕਰਾ ਰਹੇ ਹੈ, ਕਈ ਲੋਕ ਐਸੇ ਹੈਗੇ ਜਲੰਧਰ ਜਾ ਕਰਾ ਰਹੇ ਹੈ, ਕਈ ਲੁਧਿਆਣਾ ਜਾ ਕੇ ਕਰਾ ਰਹੇ। ਲੇਕਿਨ ਮੇਰੀ ਆਪਣੀ ਇੱਕ ਰਿਸਰਚ ਹੈਗੀ ਹੈ ਕਿ ਜਦੋਂ ਇਹ ਲੋਕ ਜਲੰਧਰ, ਲੁਧਿਆਣਾ, ਦਿੱਲੀ, ਬੰਬੇ ਜਾ ਕੇ ਫੇਲ ਹੋ ਜਾਂਦੇ ਹੈ ਤੇ ਕਿਸੇ ਵਕਤ ਉਹਦੀ ਕੁੰਡਲੀ ਇਹ ਵੀ ਇੰਡੀਕੇਟ ਕਰ ਰਹੀ ਹੁੰਦੀ ਹੈ ਕਿ ਇਹ ਫੋਰਨ ਕੰਟਰੀ ਜਾ ਕੇ ਅਗਰ IVF ਵਾਸਤੇ ਆਪਣਾ ਟ੍ਰੀਟਮੈਂਟ ਕਰਨਗੇ ਤੇ ਇਹਨਾਂ ਦੇ ਘਰ ਬੱਚਾ ਜ਼ਰੂਰ ਹੋ ਜਾਏਗਾ। ਸਰ ਦੂਸਰਾ ਸੈਗਮੈਂਟ ਜੇ ਮੈਂ ਬਿਜ਼ਨਸ ਦਾ ਚੁੱਕਾਂ ਤੇ ਕਾਫੀ ਲੋਕੀ ਕਈ ਅਮੀਰ ਵੀ ਕਾਫੀ ਹੁੰਦੇ ਆ ਬਟ ਬਿਜ਼ਨਸ 'ਚ ਉਹਨਾਂ ਦਾ ਹੋ ਹੀ ਨਹੀਂ ਪਾਉਂਦਾ ਇੰਪਰੂਵਮੈਂਟ ਤੇ ਮਤਲਬ ਜਿੰਨਾ ਮਰਜ਼ੀ ਉਹ ਟਰਾਈ ਕਰ ਲੈਣ ਉਹ ਸਕਸੈਸ ਨਹੀਂ ਹੋ ਪਾਉਂਦੇ ਬਿਜ਼ਨਸ 'ਚ ਆਪਣੇ। ਬਿਜ਼ਨਸ ਸਕਸੈਸਫੁਲ ਹੋਣ ਵਾਸਤੇ ਇਹ ਗੱਲ ਜ਼ਰੂਰੀ ਹੈਗੀ ਹੈ ਕਿ ਉਹਦੇ ਟੇਵੇ ਨੂੰ ਪਹਿਲੇ ਚੰਗੀ ਤਰ੍ਹਾਂ ਦੇਖਣਾ ਪੈਂਦਾ ਹੈ ਕਿ ਆਈਦਰ ਇਹ ਬਿਜ਼ਨਸਮੈਨ ਦੀ ਕੁੰਡਲੀ ਹੈ ਜਾਂ ਸਰਵਿਸਮੈਨ ਦੀ ਕੁੰਡਲੀ ਹੈ। ਬਿਜ਼ਨਸਮੈਨ ਆਮ ਤੌਰ ਤੇ ਇਹ ਦੇਖੇ ਜਾਂਦੇ ਹੈ ਕਿ ਉਹ ਆਪਣੇ ਫਾਦਰ ਦੇ ਬਿਜ਼ਨਸ 'ਤੇ ਦੁਬਾਰਾ ਆ ਕੇ ਬਹਿ ਜਾਂਦੇ ਹੈ, ਲੇਕਿਨ ਫਾਦਰ ਦੇ ਟੇਵੇ ਦੇ ਵਿੱਚ ਤਾਂ ਬਿਜ਼ਨਸਮੈਨ ਦੀ ਇੱਕ ਪੂਰੀ ਰੂਪ ਰੇਖਾ ਬਣੀ ਹੁੰਦੀ ਹੈ। ਲੇਕਿਨ ਇਹ ਜ਼ਰੂਰੀ ਨਹੀਂ ਹੈ ਕਿ ਬੇਟੇ ਦੀ ਕੁੰਡਲੀ ਦੇ ਵਿੱਚ ਵੀ ਬਿਜ਼ਨਸਮੈਨ ਦੇ ਰੂਪ ਬਣੇ ਹੋਣ ਜਾਂ ਉਹ 'ਚ ਕੋਈ ਯੋਗ ਬਣਿਆ ਹੋਵੇ। ਜੇ ਬਿਜ਼ਨਸਮੈਨ ਦਾ ਯੋਗ ਨਹੀਂ ਹੈ ਉਹਦੇ ਵਿੱਚ ਜਾਂ ਜਿਹੜਾ ਉਹਦੇ ਵਿੱਚ ਕੋਈ ਐਸਾ ਯੋਗ ਨਹੀਂ ਹੈ ਕਿ ਇਹ ਅੱਛਾ ਬਿਜ਼ਨਸਮੈਨ, ਅੱਛਾ ਪ੍ਰੋਫੈਸ਼ਨਲ ਬਣ ਸਕਦਾ ਹੈ, ਉਹ 'ਚ ਯੋਗ ਹੀ ਉਹੀ ਹੈਗਾ ਕਿ ਉਹ ਜਾ ਕੇ ਕਿਤੇ ਜੌਬ ਕਰੇਗਾ ਤੇ ਫਿਰ ਉਹਨੂੰ ਜੌਬ ਹੀ ਕਰਨੀ ਚਾਹੀਦੀ ਹੈ। ਪਰ ਉਹ ਆਪਣਾ ਬਿਜ਼ਨਸ ਛੱਡ ਕੇ ਜੌਬ ਨਹੀਂ ਕਰੇਗਾ। ਇਸ ਕਰਕੇ ਉਹਨੂੰ ਅਸੀਂ ਇਹ ਹਦਾਇਤ ਦਿੰਦੇ ਹਾਂ ਕਿ ਆਪਣੇ ਬਿਜ਼ਨਸ ਦੇ ਵਿੱਚ ਇੱਕ ਸਰਵਿਸਮੈਨ ਦੀ ਤਰ੍ਹਾਂ ਕੰਮ ਕਰੇ। ਆਪਣੇ ਬਿਜ਼ਨਸ ਦੇ ਵਿੱਚੋਂ ਆਪਣੀ ਤਨਖਾਹ ਕੱਢੇ, ਇੱਕ ਤਨਖਾਹ ਨਿਰਧਾਰਿਤ ਕਰ ਲਏ ਕਿ ਇੰਨੀ ਤਨਖਾਹ ਮੈਂ ਲੈਣੀ ਹੈ, ਇੰਨੇ ਪੈਸੇ ਮੈਂ ਲੈਣੇ ਹੈ ਔਰ ਉਹਦੇ ਬਾਅਦ ਬਸ। ਲੇਕਿਨ ਇਹ ਨਹੀਂ ਹੈ ਕਿ ਇੱਕ ਮਾਲਕ ਬਣ ਕੇ ਕੰਮ ਕਰੇਗਾ ਤੇ ਫਿਰ ਉਹਦਾ ਕੰਮ ਨਹੀਂ ਚੱਲੇਗਾ। ਅਗਰ ਉਹ ਨੌਕਰ ਬਣ ਕੇ ਆਪਣੇ ਬਿਜ਼ਨਸ 'ਚ ਕੰਮ ਕਰੇਗਾ ਤਾਂ ਉਹਦਾ ਕੰਮ ਚੱਲ ਜਾਏਗਾ। ਸਰ ਕਈ ਵਾਰ ਕਾਫੀ ਬੱਚੇ ਇੰਟੈਲੀਜੈਂਟ ਬਹੁਤ ਜ਼ਿਆਦਾ ਹੁੰਦੇ ਹੈ ਬਟ ਪੈਸਾ ਵੀ ਹੁੰਦਾ ਹੈ ਪਰ ਬਾਹਰ ਨਹੀਂ ਜਾ ਪਾਉਂਦੇ। ਜਾਣਾ ਅਬਰੋਡ ਫਰਦਰ ਸਟੱਡੀ ਵਾਸਤੇ ਚਾਹੁੰਦੇ ਬਟ ਉਹਨਾਂ ਕੋਲ ਜਾਇਆ ਹੀ ਨਹੀਂ ਜਾਂਦਾ ਜਿੰਨੀ ਮਰਜ਼ੀ ਮਿਹਨਤ ਕਰ ਲੈਣ। ਜੇ ਉਹਨਾਂ ਦੀ ਕੁੰਡਲੀ 'ਚ ਯੋਗ ਹੀ ਨਹੀਂ ਗਾ ਬਾਹਰ ਜਾਣ ਦਾ ਜਾਂ ਫੋਰਨ ਕੰਟਰੀ ਜਾਣ ਦਾ ਤੇ ਉਹ ਕਿੱਥੋਂ ਜਾ ਸਕਦੇ ਹੈ। ਇੱਕ ਖਾਸ ਤਰ੍ਹਾਂ ਦਾ ਯੋਗ ਹੈ, ਮੈਂ ਆਪਣੇ ਦੋਸਤੀ ਭਰਾਵਾਂ ਵਾਸਤੇ ਡਿਸਕਸ ਕਰਨਾ ਚਾਹੁੰਦਾ ਕਿ ਦੂਸਰੇ ਔਰ 12ਵੇਂ ਘਰ ਦੇ ਸਵਾਮੀ ਅਗਰ ਲਗਨ 'ਚ ਬੈਠੇ ਹੋਣਗੇ ਤਾਂ ਬੱਚਾ ਫੋਰਨ ਕੰਟਰੀ ਜਾ ਸਕਦਾ ਹੈ। ਜੇ ਕੋਈ ਇਹੋ ਜਿਹੇ ਚੰਗੇ ਰੂਲ, ਵਧੀਆ ਰੂਲ, 9ਵੇਂ ਦਾ ਮਾਲਕ 12ਵੇਂ ਬੈਠਾ ਹੋਵੇ, 12ਵੇਂ ਦਾ ਮਾਲਕ 9ਵੇਂ ਬੈਠਾ ਹੋਵੇ, ਚੌਥੇ ਘਰ 'ਚ ਅਫਲਿਕਸ਼ਨ ਆਈ ਹੋਵੇ ਤੇ ਬੰਦਾ ਬਾਹਰ ਜਾ ਸਕਦਾ ਹੈ। ਜੇ ਕੋਈ ਇਹੋ ਜਿਹੇ ਯੋਗ ਉਹਦੀ ਕੁੰਡਲੀ 'ਚ ਨਹੀਂ ਹੈਗੇ ਬਾਹਰ ਜਾਣ ਦੇ ਤੇ ਫਿਰ ਉਹ ਬਾਹਰ ਕਿਸ ਤਰ੍ਹਾਂ ਜਾ ਸਕਦਾ ਹੈ। ਫਿਰ ਉਹਦੇ ਬਾਹਰ ਜਾਣ ਦੇ ਯੋਗ ਨਹੀਂ, ਉਹ ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲੇ ਬਾਹਰ ਨਹੀਂ ਜਾ ਸਕਦਾ। ਇਨ ਕੇਸ ਕਿਸੇ ਹੁੱਕ ਜਾਂ ਕਰੁੱਕ ਦੇ ਕਾਰਨ ਉਹ ਬਾਹਰ ਚਲਾ ਵੀ ਜਾਵੇ, ਹੇਰਾ ਫੇਰੀ ਲਗਾ ਕੇ ਬਾਹਰ ਚਲਾ ਵੀ ਜਾਵੇ ਬਟ ਉਹ ਉੱਥੇ ਜਾ ਕੇ ਸਕਸੈਸਫੁਲ ਨਹੀਂ ਹੋਏਗਾ। ਤੁਸੀਂ ਵੀ ਆਮ ਤੌਰ 'ਤੇ ਦੇਖਿਆ ਹੋਏਗਾ ਕਿ ਇਹੋ ਜਿਹੇ ਜਿਹੜੇ ਲੋਕ ਹੈਗੇ ਆ ਉਹ ਵਿਚਾਰੇ ਉੱਥੋਂ ਅਨਸਕਸੈਸਫੁਲ ਹੋ ਕੇ ਨਿਰਾਸ਼ ਹੋ ਕੇ ਵਾਪਸ ਆ ਜਾਂਦੇ ਆ। ਕਈ ਵਿਚਾਰੇ ਤਾਂ ਡਿਪੋਰਟ ਹੋ ਕੇ ਵਾਪਸ ਆ ਜਾਂਦੇ ਆ। ਸੋ ਉਹਨਾਂ ਦੀ ਕੁੰਡਲੀ ਨੂੰ ਜਾਂਚਣਾ, ਬੜੇ ਧਿਆਨ ਦੇ ਨਾਲ ਦੇਖਣਾ, ਇਹ ਸਾਡੇ ਵਾਸਤੇ ਬੜਾ ਹੀ ਜ਼ਰੂਰੀ ਹੈਗਾ। ਔਰ ਅਗਰ ਉਹਦੀ ਕੁੰਡਲੀ 'ਚ ਯੋਗ ਹੈਗੇ ਆ ਔਰ ਯੋਗ ਵੀ ਹੈਗੇ ਆ ਪਰ ਦਸ਼ਾ ਔਰ ਅੰਤਰ ਦਸ਼ਾ ਉਹਦਾ ਸਾਥ ਨਹੀਂ ਦੇ ਰਹੀ ਤੇ ਯੋਗ ਵੀ ਖਾਲੀ ਆਪਣੇ ਆਪ ਹੀ ਨਿਕਲ ਜਾਂਦਾ ਵਿੱਚੋਂ। ਅਗਰ ਉਹਦੀ ਦਸ਼ਾ ਔਰ ਅੰਤਰ ਦਸ਼ਾ ਵੀ ਸਾਥ ਦੇ ਰਹੀ ਹੈ, ਯੋਗ ਵੀ ਸਾਥ ਦੇ ਰਹੇ ਹੈ, ਟ੍ਰਾਂਜ਼ਿਟ ਵੀ ਸਾਥ ਦੇ ਰਹੇ ਹੈ, ਤਦ ਉਹ ਬੱਚਾ ਬਾਹਰ ਜਾਏਗਾ, ਅਦਰਵਾਈਜ਼ ਉਹ ਬਾਹਰ ਨਹੀਂ ਜਾਏਗਾ। ਸਰ ਇੱਕ ਚੀਜ਼ ਆਪਾਂ ਪਿੱਛੇ ਵੇਖ ਸਕਦੇ ਹਾਂ, ਸੀਕ੍ਰੇਟਸ ਆਫ 6th ਹਾਊਸ, ਇਹਦਾ ਕੀ ਮਤਲਬ ਹੈ? ਆਪ ਸਾਡੀ ਹੋਰੋਸਕੋਪ ਦੇ ਵਿੱਚ ਇੱਕ ਬੰਦੇ ਦੀ ਜਨਰਲ ਹੋਰੋਸਕੋਪ ਜਨਮ ਪੱਤਰੀ ਦੇ ਵਿੱਚ ਜਿਹੜਾ 6th ਹਾਊਸ ਹੈ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹਾਊਸ ਹੈਗਾ। ਔਰ ਇਹਦੇ ਵਾਸਤੇ ਮੇਰੀ ਆਪਣੀ ਇੱਕ ਰਿਸਰਚ ਵੀ ਹੈਗੀ ਹੈ ਕਿ 6ਵਾਂ ਘਰ ਸਾਡੇ ਕਰਮ ਸਥਾਨ ਤੋਂ 9ਵਾਂ, ਕਰਮ ਸਥਾਨ ਤੋਂ ਸਾਡੇ 10ਵੇਂ ਘਰ ਤੋਂ ਇਹ 9ਵਾਂ ਘਰ ਹੈ। ਅਸੀਂ ਇਹਨੂੰ ਕਹਿੰਦੇ ਹਾਂ ਕਰਮ ਕਾ ਭਾਗਯ, ਕਰਮ ਕਾ ਫਲ, ਕਿ ਸਾਡਾ ਕਰਮ ਕੀ ਮਿਲਣਾ ਹੈ। ਠੀਕ ਹੈ। ਦੂਸਰਾ ਇਹ ਸਾਡੇ 9ਵੇਂ ਘਰ ਤੋਂ ਇਹ 10ਮ ਸਥਾਨ ਹੈਗਾ। 9ਵੇਂ ਤੋਂ 10ਵਾਂ ਤੇ 10ਵੇਂ ਤੋਂ 9ਵਾਂ ਭਾਗਯ ਔਰ ਕਰਮ ਦੋਨੋਂ ਹੀ 6ਵੇਂ ਘਰ ਤੋਂ ਦੇਖੇ ਜਾਂਦੇ ਹੈ। ਔਰ 6ਵਾਂ ਘਰ ਸਾਡੀ ਕੁੰਡਲੀ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਅਗਰ 6ਵੇਂ ਘਰ ਦਾ ਸਵਾਮੀ ਕਿਸੇ ਆਪਣੀ ਮਿੱਤਰ ਦੇ ਘਰ ਜਾ ਕੇ ਬੈਠਾ ਹੋਵੇ, ਵੈਲ ਪਲੇਸਡ ਹੋਵੇ, ਉੱਚ ਦਾ ਹੋ ਜਾਏ, ਡਿਊਰਿੰਗ 6ਵੇਂ ਘਰ ਦੀ ਦਸ਼ਾ ਦੇ ਮਾਲਕ ਦੇ ਵਿੱਚ ਉਹ ਬਹੁਤ ਹੀ ਗੰਦੇ ਰਿਜ਼ਲਟ ਦੇਗਾ। 6ਵੇਂ ਘਰ ਦਾ ਸਵਾਮੀ ਅਗਰ ਨੀਚ ਹੋ ਕੇ ਬੁਰੇ ਘਰਾਂ 'ਚ ਜਾ ਕੇ ਬੈਠਾ ਹੋਵੇ ਤੇ ਰਾਜ ਯੋਗ ਬਣ ਜਾਂਦਾ ਔਰ ਉਸ ਦੀ ਦਸ਼ਾ ਦੇ ਵਿੱਚ ਆ ਕੇ ਜਾਤਕ ਨੂੰ ਬਹੁਤ ਵਧੀਆ ਫਲ ਮਿਲਦੇ ਹੈ।
ਸਰ ਕਈ ਵਾਰੀ ਕਾਫੀ ਲੋਕ ਵਿਸ਼ਵਾਸ ਨਹੀਂ ਕਰ ਪਾਉਂਦੇ ਇਹ ਚੀਜ਼ਾਂ 'ਚ ਬਿਕਾਜ਼ ਉਹਨਾਂ ਨੂੰ ਲੱਗਦਾ ਹੈ ਕਿ ਜਿੰਨੇ ਮਰਜ਼ੀ ਉਪਾਏ ਕਰ ਲਈਏ ਮਤਲਬ ਵੇਸਟ ਜਾਂਦੀਆਂ ਇਹ ਚੀਜ਼ਾਂ ਤੇ ਲੋਕੀ ਵਿਸ਼ਵਾਸ ਘੱਟ ਕਰਨਾ ਸ਼ੁਰੂ ਹੋ ਗਿਆ ਇਹ ਚੀਜ਼ 'ਚ। ਲੋਕ ਵਿਸ਼ਵਾਸ ਇਸ ਕਰਕੇ ਘੱਟ ਕਰਨਾ ਸ਼ੁਰੂ ਹੋ ਗਏ ਹੈ ਕਿ ਕੁਝ ਅਨਪੜ੍ਹੇ ਝੋਲਾ ਛਾਪ ਲੋਕ ਵਿੱਚ ਆ ਗਏ ਹੈ ਔਰ ਕਈ ਲੋਕ ਐਸੇ ਹੈਗੇ ਆ ਜਿਹੜੇ ਸਿਰਫ ਪੈਸੇ ਨੂੰ ਮੁੱਖ ਰੱਖਦੇ ਆ ਔਰ ਇਸ ਡਿਵਾਈਨ ਸਬਜੈਕਟ ਦਾ ਸਹੀ ਯੂਜ਼ ਨਹੀਂ ਕਰਦੇ। ਇਸ ਕਰਕੇ ਲੋਕਾਂ ਦਾ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ ਔਰ ਲੋਕਾਂ ਨੂੰ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਇੱਕ ਅੱਛੇ ਔਰ ਸੁਲਝੇ ਹੋਏ ਜੋਤਸ਼ੀ ਦੇ ਕੋਲ ਜਾਣ ਜਿਹਨੂੰ ਪੈਸੇ ਦਾ ਲਾਲਚ ਨਾ ਹੋਵੇ, ਟਾਈਮ ਦਾ ਲਾਲਚ ਨਾ ਹੋਵੇ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕਿਸੇ ਚੰਗੇ ਜੋਤਸ਼ੀ ਕੋਲ ਅਗਰ ਜਾਂਦੇ ਆ ਉਹ ਕਹੇਗਾ ਮੇਰਾ ਟਾਈਮ ਹੋ ਗਿਆ ਜੀ, ਤੁਹਾਡੇ ਫਿਰ ਪੈਸੇ ਇੰਨੇ ਹੋਰ ਜਮ੍ਹਾਂ ਕਰਾਓ। ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਨੋ ਮਨੀ ਦੀ ਕੋਈ ਚਿੰਤਾ ਨਹੀਂ। ਮੇਰੇ ਕੋਲ ਜਿਹੜਾ ਕੋਈ ਬੱਚਾ ਆਉਂਦਾ ਜਾਂ ਮੇਰੇ ਕੋਲ ਜਿਹੜਾ ਕੋਈ ਕਲਾਇੰਟ ਆਉਂਦਾ ਮੈਂ ਉਹਨਾਂ ਨੂੰ ਇੱਕੋ ਗੱਲ ਕਰਨਾ, ਮੇਰਾ ਆਪਣਾ ਇੱਕ ਮਿਸ਼ਨ ਹੈਗਾ ਕਿ ਟਾਈਮ ਐਂਡ ਮਨੀ ਇਜ਼ ਨਾਟ ਕੰਸੀਡਰੇਸ਼ਨ। ਮੇਰਾ ਕੰਮ, ਮੇਰਾ ਡਿਵਾਈਨ ਸਬਜੈਕਟ ਜਿਹੜਾ ਹੈਗਾ ਇਹ ਹੀ ਮੇਰਾ ਇੱਕ ਏਮ ਹੈਗਾ। ਇਹਨੂੰ ਹੀ ਸਹੀ ਟਿਕਾਣੇ 'ਤੇ ਲੈ ਕੇ ਜਾਣਾ ਔਰ ਸਹੀ ਇਹਦਾ ਯੂਜ਼ ਕਰਨਾ। ਥੈਂਕ ਯੂ ਸੋ ਮਚ ਸਰ ਆਪਣਾ ਕੀਮਤੀ ਸਮਾਂ ਸਾਨੂੰ ਅੱਜ ਦੇਣ ਲਈ। ਥੈਂਕ ਯੂ ਜੀ, ਥੈਂਕ ਇਹ ਯੂ। ਸੀ ਸਾਡੇ ਨਾਲ ਬਿਮਲ ਮਹਿਰਾ ਜੀ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਸਾਨੂੰ ਹਰ ਇੱਕ ਚੀਜ਼ ਦਾ ਜਵਾਬ ਦਿੱਤਾ। ਬਾਕੀ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੋਵੇ ਆਪਣੇ ਫਿਊਚਰ ਨੂੰ ਲੈ ਕੇ, ਪ੍ਰੈਜ਼ੈਂਟ ਬਾਰੇ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ। ਬਾਕੀ ਦੇਖਦੇ ਰਹੋ ਮੇਰੇ ਨਾਲ ਤੇਜ਼ ਪੰਜਾਬ ਨਿਊਜ਼।